बहादुर परमा केर बालाजी परमा श्री गुरु गोबिंद सिंह तरंतरा कर पुन 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 बंदवार इसमें अमृत ज्ञान है। श्री गुरु ग्रंथ साहिब उदक एक ओंकार सतगुरु वाहिगुरु जी की फतेह है। वाहिगुरु जी की फतेह है। सतनाम वाहिगुरु साहिब जी उति चिंत जाकी दिन राती अक्षमात सो बनी सुहाती लेने देश का पास नरेशा कोशिश पैर किए शुभ बेसा। वाहिगुरु जी का जुगो जुग अटल चवर छत्र तख्त दे मालिक धन श्री गुरु ग्रंथ ਸਾਹਿਬ महाराज जी ਦੀ पावन पवित्र हजूरी विच आप गुरु प्यार भावना दे नाल जुड़े हो। सो महाराज जी की बख्शिश दया के पात्र अज अमृत वेले गुरु कलगीधर पातशाह जी के परिवार का विछोड़ा पै चुका। महाराज जी के 3 टोटे हो गए परिवार के। एक टोटा चमकौर की गढ़ी वाल नूं तुर गया, एक टोटा सरहंद वाल नूं, एक दिल्ली वाल नूं। धन मेरे हजूर पातशाह महाराज जी ने शुकराने दे विच बाणी पढ़ी, तैसा हरख तैसा उस सोग, सदा आनंद तै नहीं वियोग, तैसा स्वर्ण तैसी उस माटी, तैसा अमृत तैसी विख खटी, तैसा मान तैसा अभिमान, तैसा रंक तैसा राजन, जो वरताए साई जुगत, नानक ओह पुरख कहिए जीवन मुक्त। सतगुरु महाराज जी सुखमनी साहिब विच कहंदे ने कि जिस प्राणी की अवस्था इस तरह की है कि ਉਹਦਾ कोई मान करे तो तां भी आनंद च, ਉਹਦਾ कोई अपमान करे तो तां भी ਅਸੀਂ इदां दे हां, साडा कोई मान करे तो खुश है, अपमान करे तो गुस्से। मारे कहंदे ऐसा प्राणी जो सोने नूं ते मिट्टी नूं एक समान समझे। तां करके जिवें जिवें बाणी गुरसिੱਖੀ जीवन वाल आईदा ਉਹ ਬੰਦੇ ਵੇਖੇ जिन्हां दे 5-5 छापां, सोने दे कड़े गले च मोटी चैनी, सारा कुछ ही छड्ड दिता, एक सरबलोह दा कड़ा पा लिया है, सब लाउणा पाउणा बंद कर दिता। भाव उन्हां नूं रंग शुरू हो गया, क्योंकि दुनियावी चीज़ जिन्हों पाउंदी है उन्होंने निरंकारी चीज़ नहीं पो सकती। जिहड़ा शरीर नूं प्यार करदा है उन्हें इन्हां चीज़ां नूं प्यार करना, जिहड़ा शरीर नूं मिट्टी समझदा है उन्हें इनू मिट्टी नूं की शंगारना। मारे कहंदे जे मृतक को चंदन चढ़ाई है तो मृतक का
ਕਿਆ ਘਟ ਜਾਈਐ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿੰਨੇ ਵੀ ਸਿੰਘ ਸਿੰਘਣੀਆਂ ਭੁਜੰਗੀ ਸੀ, ਇਹ ਸਰੀਰ ਨੂੰ ਮਿੱਟੀ ਸਮਝਦੇ ਸੀ। ਤੇ ਮਿੱਟੀ ਨੂੰ ਕੀ ਸ਼ਿੰਗਾਰਨਾ ਹੁੰਦਾ? ਸ਼ਿੰਗਾਰਨਾ ਤੇ ਆਪਣੀ ਆਤਮਾ ਨੂੰ ਸ਼ਿੰਗਾਰੋ। ਤੇ ਅੱਜ ਦੇ ਯੁੱਗ ਦੇ ਵਿੱਚ ਸਾਰਿਆਂ ਦੀ ਦੌੜ ਹੈ ਮਿੱਟੀ ਨੂੰ ਸ਼ਿੰਗਾਰਨ ਤੇ, ਕਿਉਂਕਿ ਸਰੀਰ ਮਿੱਟੀ ਦਾ ਹੈ ਤੇ ਮਿੱਟੀ ਨੂੰ ਆਪਾਂ ਲਿੰਬੀ ਪੋਚੀ ਜਾ ਰਹੇ ਹਾਂ। ਪਤਿਤ ਪੁਣੇ ਦੀ ਨਦੀ ਵਗ ਰਹੀ ਹੈ, ਸਿੱਖੀ ਤੋਂ ਦੂਰ ਹਾਂ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਤੈਸਾ ਹਰਖ ਤੈਸਾ ਉਸ ਰੱਬ ਦੇ ਪਿਆਰੇ ਦੀ ਅਵਸਥਾ ਇੱਦਾਂ ਦੀ ਹੋ ਜਾਂਦੀ ਹੈ, ਉਹ ਸੋਨੇ ਨੂੰ ਮਿੱਟੀ ਸਮਝਦਾ ਤੇ ਮਿੱਟੀ ਨੂੰ ਸੋਨਾ। ਉਹਦਾ ਕੋਈ ਮਾਣ ਕਰੇ ਤਾਂ ਵੀ ਆਨੰਦ 'ਚ ਹੈ, ਉਹਦਾ ਕੋਈ ਬੇਇੱਜ਼ਤੀ ਕਰੇ ਤਾਂ ਵੀ ਆਨੰਦ 'ਚ ਹੈ। ਤੋ ਤੈਸਾ ਸਵਰਨ, ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ, ਉਹਨੂੰ ਕੋਈ ਪ੍ਰਵਾਹ ਨਹੀਂ ਲੱਗਦੀ। ਐਸੀ ਅਵਸਥਾ ਦੇ ਮਾਲਕ ਸੀ ਗੁਰੂ ਅਰਜਨ ਸਾਹਿਬ ਮਹਾਰਾਜ, ਐਸੀ ਅਵਸਥਾ ਦੇ ਮਾਲਕ ਸੀ ਗੁਰੂ ਗੋਬਿੰਦ ਸਿੰਘ। ਜਦੋਂ ਸਰਸਾ ਨਦੀ ਦੇ ਵਿੱਚ ਠਿੱਲੇ ਬਹੁਤ ਵੱਡਾ ਗਿਆਨ ਦਾ ਸਾਗਰ ਗ੍ਰੰਥ ਮਹਾਰਾਜ ਜੀ ਦਾ ਰੁੜ ਗਿਆ, ਤੋ ਇਸ ਕਰਕੇ ਬਹੁਤ ਸਾਰਾ ਸੋਨਾ ਵੀ ਸਰਸਾ ਦੇ ਪ੍ਰਵਾਹ ਹੋ ਗਿਆ। ਬਹੁਤ ਵੱਡੀਆਂ ਕੀਮਤੀ ਪੋਥੀਆਂ, ਖਜ਼ਾਨਾ ਕੁੱਲ ਮਿਲਾ ਕੇ ਕਿ ਮਹਾਰਾਜ ਕੋਲ ਰਿਹਾ ਹੀ ਕੁਛ ਨਹੀਂ। ਪਰ ਮਹਾਰਾਜ ਦੇ ਚਿਹਰੇ ਤੇ ਲਾਲੀ ਲਾਲੀ ਸੀ, ਰੌਣਕ ਸੀ। ਸਿੱਖ ਕਹਿੰਦੇ ਮਹਾਰਾਜ ਤੇਰੇ ਪੁੱਤਰ ਰੁੜ ਗਏ, ਤੇਰਾ ਇੰਨਾ ਸੋਨਾ ਰੁੜ ਗਿਆ, ਦਿਸ਼ਾਲੇ ਰੁੜ ਗਏ। ਮਹਾਰਾਜ ਕਹਿੰਦੇ ਮਾਟੀ ਕਾ ਕਿਆ ਤੋਪੈ ਸੁਆਮੀ, ਮਿੱਟੀ ਦੀ ਮਿੱਟੀ ਚਲੇ ਗਈ ਹੈ, ਆਪਣਾ ਕੀ ਸੀ। ਮਹਾਰਾਜ ਸਾਹਿਬ ਜੀ ਕਹਿੰਦੇ ਮੈਂ ਹੋ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਦਇਆ ਸਿੰਘਾ, ਇਹ ਮਿੱਟੀ ਆ, ਮਿੱਟੀ ਨੂੰ ਮਿੱਟੀ ਲੈ ਗਈ ਹੈ, ਮੈਂ ਤੇ ਤਮਾਸ਼ਾ ਵੇਖਣ ਆਇਆ। ਐਸੀ ਅਵਸਥਾ ਸੀ ਬਾਪੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ। ਪਰ ਆਪਣੇ ਵਾਸਤੇ ਤੇ ਬਹੁਤ ਔਖਾ ਨਾ, ਆਪਾਂ ਦੁਨਿਆਵੀ ਹੈ, ਮਹਾਰਾਜ ਵਾਸਤੇ ਨਹੀਂ ਸੀ, ਸਿੱਖਾਂ ਵਾਸਤੇ ਬੜਾ ਸੀ। ਭਾਈ ਦਇਆ ਸਿੰਘ ਦੀਆਂ ਅੱਖਾਂ ਨਹੀਂ ਸੁੱਕਦੀਆਂ, ਭਾਈ ਮਾਨ ਸਿੰਘ ਦੀਆਂ ਅੱਖਾਂ ਨਹੀਂ ਸੁੱਕਦੀਆਂ, ਕਿਉਂਕਿ ਲਾਲ ਨਜ਼ਰ ਨਹੀਂ ਆਉਂਦੇ। ਤੇ ਫਿਰ ਉਹ ਕੀ ਪੜ੍ਹਦੇ ਨੇ? ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ। ਸਤਿਗੁਰ ਮਿਲੈ ਤਾਂ ਮਿਲੈ ਸੁਹਾਈ, ਸਤਿਗੁਰ ਮਿਲੈ ਤਾਂ ਮਿਲੈ ਸੁਹਾਈ, ਸਤਿਗੁਰ ਮਿਲੈ ਤਾਂ ਮਿਲੈ ਸੁਭਾਈ, ਸਤਿਗੁਰ ਮਿਲੈ ਤਾਂ ਮਿਲੈ ਸੁਭਾਈ। ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ, ਇਹੋ ਵਿਛੋੜਾ ਸਹਿਆ ਨਾ ਜਾਏ। ਸਹਿਆ ਨਾ ਜਾਏ, ਸਹਿਆ ਨਾ ਜਾਏ, ਸਹਿਆ ਨਾ ਜਾਏ, ਸਹਿਆ ਨਾ ਜਾਏ, ਵਿਛੋੜਾ
ਇਹੋ ਵਿਛੋੜਾ ਸਹਿਆ ਨਾ ਜਾਏ। ਵਿਛੋੜਾ ਸਹਿਆ ਨਾ ਜਾਏ। ਇਹੋ ਵਿਛੋੜਾ ਸਹਿਆ ਨਾ ਜਾਏ। ਆਈ ਰਾਹਾਂ ਵਿੱਚ ਦੁੱਖ ਪਹਾੜ ਜਿੱਡੇ, ਢਿੱਲੀ ਪਈ ਪਰ ਤੇਰੀ ਰਫਤਾਰ ਵੀ। ਸੰਗਤੇ ਗੁਰੂ ਗੋਬਿੰਦ ਸਿੰਘ ਨੂੰ ਪੜ੍ਹਨਾ ਹੋਵੇ ਨਾ, ਬੜਾ ਵੱਡਾ ਹਿਰਦਾ ਚਾਹੀਦਾ। ਆਪਾਂ ਦੁਨਿਆਵੀ ਹੈ, ਆਪਣਾ ਇੱਕ ਕੰਮ ਵਿਗੜ ਜੇ ਤੇ ਬੰਦਾ ਢੇਰੀ ਢਾਹ ਲੈਂਦਾ, ਕਹਿੰਦਾ ਵੀ ਮੈਂ ਖਤਮ ਹੋ ਗਿਆ, ਮੈਨੂੰ ਕੁਝ ਦੀਦਾ ਨਹੀਂ। ਪਰ ਕਵੀ ਕਹਿੰਦਾ ਆਏ ਰਾਹਾਂ ਵਿੱਚ ਦੁੱਖ ਪਹਾੜ ਜਿੱਡੇ, ਢਿੱਲੀ ਪਈ ਪਰ ਤੇਰੀ ਰਫਤਾਰ ਵੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਹਾੜਾਂ ਨੂੰ ਚੀਰ ਕੇ ਨਿਕਲਣ ਵਾਲੇ ਕਾਰਨਾਮੇ। ਪਰ ਇੱਕੋ ਚੀਜ਼ ਮਹਾਰਾਜ ਨੇ ਕਹੀ, ਦਇਆ ਸਿੰਘਾ ਨਿਤਨੇਮ ਨਾ ਛੱਡਿਓ, ਗੁਰਬਾਣੀ ਨਾ ਛੱਡਿਓ। ਇਹੋ ਹੀ ਸਾਡੇ ਦਾਦੇ ਬਾਬੇ ਕਹਿੰਦੇ, ਪੁੱਤ ਹੌਸਲਾ ਨਾ ਛੱਡਿਓ, ਗੁਰੂ ਦਾ ਲੜ ਨਾ ਛੱਡਿਓ, ਕੋਈ ਨਹੀਂ ਰੱਬ ਬਦਲ ਦੂ। ਔਰ ਇਹ ਗੱਲ ਸੱਚੀ ਹੈ ਵੀ ਅੱਜ ਇਹ ਚੀਜ਼ ਕਹਿਣ ਵਾਲੇ ਨਹੀਂ ਰਹੇ ਕਿ ਕੋਈ ਨਹੀਂ ਪੁੱਤ ਫਿਰ ਕੀ ਘਾਟਾ ਪੈ ਗਿਆ, ਗੱਲ ਹੀ ਕੋਈ ਨਹੀਂ, ਮਹਾਰਾਜ ਹੋਰ ਦੇ ਦੂਗਾ। ਜ਼ਿੰਦਗੀ 'ਚ ਕਈ ਉਤਰਾ ਚੜਾਉਂਦੇ, ਪਰ ਅੱਜ ਇਹ ਗੱਲ ਕੋਈ ਨਹੀਂ ਕਹਿਣ ਵਾਲਾ, ਤੇ ਕਈ ਬੰਦੇ ਸੁਸਾਈਡ ਕਰ ਜਾਂਦੇ, ਭਾਵ ਘਾਬਰ ਹੀ ਇੰਨੇ ਜਾਂਦੇ ਆਪਣਾ ਫਾਹਾ ਵਗੈਰਾ। ਉਹਦਾ ਕਾਰਨ ਕੀ ਹੈ? ਕੋਈ ਜ਼ਿੰਦਗੀ ਦੇਣ ਵਾਲਾ ਹੀ ਨਹੀਂ, ਗੁਰੂ ਕੋਲ ਕਦੇ ਆਏ ਨਹੀਂ ਤੇ ਮਾਂ ਪਿਓ ਰਿਹਾ ਕੋ ਨਹੀਂ। ਤੋ ਇਸ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਸਿੰਘ ਪੁੱਛ ਵੀ ਲੈਂਦੇ ਸੀ ਕਿ ਮਹਾਰਾਜ ਤੇਰਾ ਕਾਹਦਾ ਹਿਰਦਾ, ਤੇਰੇ ਵੇਂਦਿਆਂ ਤੇਰੇ ਨੰਨੇ ਨੰਨੇ ਲਾਲ ਪਾਣੀ ਰੋੜ ਕੇ ਲੈ ਗਿਆ। ਰੁੱਗ ਭਰ ਜਾਂਦਾ ਨਾ ਕਿ ਪਿਆਰੇ ਪਿਆਰੇ ਬੱਚੇ ਰੁੜ ਗਏ, ਮਾਂ ਰੁੜ ਗਈ, ਸੋਨਾ ਰੁੜ ਗਿਆ ਕਿੰਨਾ, ਤੇ ਗੁਰੂ ਸਾਹਿਬ ਦਾ ਚਿਹਰਾ ਇੱਥੋਂ ਸਾਫ਼ ਸੀ, ਮੱਥੇ ਤੇ ਤਿਉੜੀ ਨਹੀਂ ਸੀ। ਅੱਜ ਕਈ ਵਾਰੀ ਕੋਈ ਬੰਦੇ ਨੂੰ ਕਿਤੇ ਦੁਖੀ ਹੋਵੇ, ਘਾਟਾ, ਬੰਦਾ ਹੱਸ ਕੇ ਬੁਲਾਵੇ ਤੇ ਉਹ ਕਹਿੰਦਾ ਜਾ ਕੰਮ ਕਰ ਜਾ ਕੇ, ਮੈਂ ਅੱਗੇ ਪਰੇਸ਼ਾਨ ਹੈ। ਤੋ ਕਹਿੰਦੇ ਆਏ ਰਾਹਾਂ 'ਚ ਦੁੱਖ ਪਹਾੜ ਜਿੱਡੇ, ਢਿੱਲੀ ਪਈ ਪਰ ਤੇਰੀ ਰਫਤਾਰ ਵੀ। ਜਿਹੜਾ ਸਰਸਾ ਦੇ ਕੰਢੇ ਤੇ ਵਿਛੜਿਆ ਸੀ, ਚੇਤੇ ਆਇਆ ਉਹ ਤੈਨੂੰ ਪਰਵਾਰ ਵੀ। ਹੋਣੀ ਵਿੱਚ ਆਕਾਸ਼ ਦੇ ਰੋਣ ਲੱਗੀ, ਤੇ ਮਿਲ ਸਕੇ ਅਜੀਤ ਜੁਝਾਰ ਵੀ ਨਾ। ਹੌਲਾ ਭਾਰ ਸੰਸਾਰ ਦਾ ਕਰਨ ਬਦਲੇ, ਹੱਥੀਂ ਪੁੱਤਾਂ ਦਾ ਕੀਤਾ ਸੰਸਕਾਰ ਵੀ ਨਾ। ਉਹ ਹੱਥੀਂ ਪੁੱਤਾਂ ਦਾ ਕੀਤਾ ਸੰਸਕਾਰ ਵੀ ਨਾ। ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ, ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ। ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ। ਤੇਰੇ ਜਿਹਾ ਹੋਰ ਨਹੀਂ ਹੋਣਾ ਕੋਈ ਵੀ ਬਾਪ ਦੁਨੀਆ ਤੇ। ਸਾਧ ਸੰਗਤ ਜੀ, ਪ੍ਰੇਮ ਦਾ ਵਿਸ਼ਾ ਹੀ ਐਸਾ, ਜਦੋਂ ਦਿਲੋਂ ਆਪਣੇ ਪਿਓ ਨੂੰ ਕੋਈ ਪਿਆਰ ਕਰਦਾ ਨਾ, ਏਦਾਂ ਹੀ ਗੁਰੂ ਗੋਬਿੰਦ ਸਿੰਘ ਸਾਡਾ ਪਿਓ ਹੈ।
ਸਾਡਾ ਬਾਪੂ ਹੈ, ਸਾਨੂੰ ਸਾਜ ਕੇ ਗਿਆ। ਅੱਜ ਪੂਰੇ ਵਰਲਡ ਦੇ ਵਿੱਚ ਖਾਲਸੇ ਦਾ ਨਿਸ਼ਾਨ ਝੁਲਦਾ। ਇੱਥੋਂ ਤੱਕ ਕਿ ਬੱਚੇ PR ਕਰਾਉਣੇ ਨਾ ਅਮਰੀਕਾ, ਉੱਥੇ ਉਹ ਸਲਿੱਪ ਮੰਗਦੇ। ਇੱਥੇ ਗੁਰਦੁਆਰੇ ਕਈ ਆਉਂਦੇ ਹੈ ਕਿ ਬਾਬਾ ਜੀ ਉਹ ਪੇਪਰ ਬਣਾ ਦਿਓ ਵੀ ਬੱਚੇ ਨੇ PR ਹੋਣਾ ਏ, ਵੀ ਇੱਥੇ ਸੇਵਾ ਕਰਦਾ ਰਿਹਾ। ਅਤੇ ਮੈਂ ਕਹਿੰਦਾ ਹੁੰਦਾ ਨੌਜਵਾਨੋ, ਕਦੇ ਯਾਦ ਨਹੀਂ ਆਈ ਤੁਹਾਨੂੰ? ਤੁਸੀਂ ਪਾਰਟੀਆਂ ਦੇ ਉੱਤੇ 20-20 ਲੱਖ ਲਾ ਕੇ ਨੱਚਦੇ ਜੇ, ਕਦੇ ਸਮਾਗਮ ਕਰਾਇਆ ਕਰੋ। ਤੁਸੀਂ ਆਪਣੀ ਕਮਾਈ ਬਾਹਰ ਦੀ ਨੂੰ ਗਲਤ ਪਾਸੇ ਸੁੱਟ ਰਹੇ ਹੋ। ਜ਼ਰੂਰੀ ਨਹੀਂ ਹੁੰਦਾ ਵੀ ਪਿੰਡ ਦੇ ਵਿੱਚ ਆਪਾਂ ਗਲਤ ਕੰਮ ਕਰੀਏ, ਲੋਕ ਆਖਣ ਪੈਸਾ, ਕੋਈ ਸਮਾਗਮ ਕਰਾਓ, ਕੋਈ ਅੰਮ੍ਰਿਤ ਸੰਚਾਰ ਕਰਾਓ। ਕਿਉਂਕਿ ਤੁਹਾਨੂੰ ਇੰਨਾ ਵੀ ਨਹੀਂ ਪਤਾ ਕਿ ਤੁਹਾਡੇ ਬਾਪੂ ਦਾ ਸਿੱਕਾ ਵਰਲਡ 'ਚ ਚੱਲਦਾ। ਉਹ ਪੇਪਰ ਗੋਰੇ ਕਿਉਂ ਮੰਗਦੇ ਹੈ? ਗੋਰਿਆਂ ਨੂੰ ਯਕੀਨ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿੱਖ ਝੂਠਾ ਨਹੀਂ ਹੋ ਸਕਦਾ। ਇਸ ਕਰਕੇ ਸਾਧ ਸੰਗਤ ਜੀ, ਆਪਾਂ ਮੱਥਾ ਟੇਕ ਕੇ ਭੱਜ ਜਾਂਦੇ ਹਾਂ। ਉਹ ਲੋਕ ਕਹਿੰਦੇ ਨਹੀਂ, ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹ ਕੇ ਦੇਖ, ਸੁਣ ਕੇ ਦੇਖ। ਇਸ ਕਰਕੇ ਅੱਜ ਮਹਾਰਾਜ ਜੀ ਦਾ ਪਰਿਵਾਰ ਵਿਛੜ ਗਿਆ। ਸਤਿਗੁਰੂ ਮਹਾਰਾਜ ਜੀ ਚਮਕੌਰ ਵੱਲ ਨੂੰ ਤੁਰ ਪਏ ਨੇ। ਆਓ, ਗੁਰੂ ਨਾਨਕ ਦੇਵ ਜੀ ਦੀ ਵਿਰਾਗਮਈ ਕਥਾ ਚੱਲ ਰਹੀ ਹੈ। ਮੇਰੇ ਨਾਨਕ ਪਾਤਸ਼ਾਹ ਮਹਾਰਾਜ ਦੇ ਬਾਬਤ ਕੁਝ ਚੁਗਲਾਂ ਨੇ ਚੁਗਲੀ ਕੀਤੀ। ਬੇਬੇ ਨਾਨਕੀ ਜੀ ਦਾ ਘਰ ਸੁੱਖਾਂ ਨਾਲ ਭਰਿਆ ਸੀ ਤੇ ਦੁੱਖਾਂ 'ਚ ਪਾਤਾ। ਬੇਬੇ ਜੀ ਦਾ ਹਾਸਾ ਚੁੱਪ ਹੋ ਗਿਆ। ਭਾਈਆ ਜੈ ਰਾਮ ਜੀ ਦਾ ਹਾਸਾ ਮੁੱਕ ਗਿਆ। ਤੁਲਸਾਂ ਦਾਸੀ ਨੇ ਆਖਿਆ, ਬੇਬੇ ਮੈਨੂੰ ਇੰਨਾ ਕੁ ਪਤਾ ਕਿ ਕੋਈ 15-16 ਬੰਦੇ ਆਏ ਹੈ। ਉਹਨਾਂ ਨੇ ਭਾਈਆ ਜੀ ਨੂੰ ਆ ਕੇ ਕੋਈ ਗੱਲਬਾਤ ਕਹੀ, ਉਦਣ ਦੇ ਹੱਸਦੇ ਵੀ ਨਹੀਂ ਹੈ, ਖਾਂਦੇ ਪੀਂਦੇ ਨਹੀਂ ਹੈ। ਇਹ ਗੱਲ ਜਦੋਂ ਬਾਬੇ ਨਾਨਕ ਨੂੰ ਪਤਾ ਲੱਗੀ, ਮਹਾਰਾਜ ਆ ਗਏ। ਕਹਿੰਦੇ ਜੀਜਾ ਜੀ ਲੇਖਾ ਕਰਵਾਈਐ, ਸਭੈ ਹਿਸਾਬ ਨਿਵਾਬ ਦਿਵਾਈਐ। ਕਹਿੰਦੇ ਜੀਜਾ ਜੀ ਪਰੇਸ਼ਾਨ ਹੋ, ਘਾਟਾ ਪੈ ਗਿਆ ਕੋਈ? ਕਿਉਂਕਿ ਰੱਬ ਖਿੜਿਆ ਰਹਿੰਦਾ ਨਾ। ਜਿਹੜੇ ਰੱਬ ਨੂੰ ਬੰਦਗੀ ਕਰਦੇ ਉਹ ਵੀ ਘਾਟਾ ਘੂਟੇ ਦੀ ਪਰਵਾਹ ਨਹੀਂ, ਉਹ ਵੀ ਖਿੜੇ ਹੀ ਰਹਿੰਦੇ ਆ। ਕਹਿੰਦੇ ਨੰਗੇ ਆਏ ਤੇ ਨੰਗੇ ਹੀ ਚੱਲ ਜਾਣਾ। ਆ ਕਿਹੜੀ ਗਲਤ ਫਹਿਮੀ 'ਚ ਪੈ ਗਏ? ਆਪ ਕੱਚੀ ਮਿੱਟੀ ਹੈ, ਇਸ ਕੱਚੀ ਨੂੰ ਪੱਕੀ 'ਚ ਪਸਾਇਆ ਆਪਾਂ, ਤੇ ਪੱਕੀ 'ਚ ਪਸਾਵਾਂਗੇ ਤੇ ਰੋਵਾਂਗੇ। ਕਿਉਂਕਿ ਦੋ ਦਾ ਪੈਪ ਚਾਰ ਦੇ ਤੇ ਨਹੀਂ ਫਿੱਟ ਆਉਣਾ। ਇਸ ਕਰਕੇ ਪਹਿਲਾਂ ਹੀ ਮਹਾਰਾਜ ਕਹਿੰਦੇ ਸੀ ਕੱਚੇ ਨੂੰ ਕੱਚਿਆਂ 'ਚ ਰੱਖੀ ਤੇ ਖੁਸ਼ ਰਵੇਂਗਾ। ਅੱਜ ਸਾਰੇ ਵੇਖੋ ਵੇਖੀ ਇਸ ਕੱਚੇ ਨੂੰ ਪੱਕੇ 'ਚ ਪਾ ਰਿਹਾ ਵੀ ਗੁਆਂਢੀ ਦੀ 3 ਮੰਜ਼ਲੀ ਤੇ ਮੈਂ ਕਿਉਂ ਪਿੱਛੇ ਰਵਾਂ, ਭਾਵੇਂ ਕਿੱਲਾ ਵੇਚਦਾ ਬਰਾਬਰ ਕਰੂੰ। ਤੇ ਫਿਰ ਇੱਦਾਂ ਬੈਠੇ ਹੋਈਦਾ, ਛੇਤੀ ਉਮਰ ਘੱਟ ਜਾਂਦੀ ਹੈ। ਤੋ ਇਸ ਕਰਕੇ ਸਾਡੇ ਬਜ਼ੁਰਗ ਉਹ ਤਾਂ ਬਾਹਰ ਵੀ ਨਹੀਂ ਸੀ ਜਾਂਦੇ, ਨਾ ਕੋਈ ਕਾਰੋਬਾਰ ਸੀ, ਕੱਚੇ ਘਰ ਸੀ। ਘਰ ਦਾ ਗੁੜ ਦੁੱਧ ਘਿਓ ਦੇਸੀ ਛਕ ਕੇ 150 ਸਾਲ ਉਮਰ ਹੁੰਦੀ ਸੀ। ਹੱਸਦੇ ਰਹਿੰਦੇ ਸੀ, 50-50 ਦਿਨ ਮੇਲੇ ਵੇਂਦੇ ਸੀ। ਅੱਜ 15 ਮਿੰਟ ਹੈ ਆਪਣੇ ਕੋਲ। ਜਿੱਥੇ ਵੀ ਜਾਂਦੇ ਪ੍ਰੋਗਰਾਮ ਤੇ 15 ਮਿੰਟ, ਸੌਰੀ ਕਹਿੰਦੇ ਜਲਦੀ ਹੈ, ਪਤਾ ਨਹੀਂ ਕਿੱਥੇ ਪਹੁੰਚਣਾ। ਜਲਦੀ ਜਲਦੀ ਜਲਦੀ। ਇੱਥੇ ਮਹਾਰਾਜ ਕਹਿੰਦੇ ਜਲਦੀ ਨਹੀਂ, ਇੱਥੇ ਤੇ ਮਹਾਰਾਜ ਦੇ ਕੋਲ ਬਹਿ ਜਾ। ਆਨੰਦ ਭਇਆ ਮੇਰੀ ਸਤਿਗੁਰੂ ਮੈਂ ਪਾਇਆ। ਮਹਾਰਾਜ ਜੀ ਨੇ ਆਉਣਾ ਕੀਤਾ। ਉਤੀ ਚਿੰਤ ਜਾਕੀ ਦਿਨ ਰਾਤੀ, ਅਕਸ਼ਮਾਤ ਸੋਵਨੀ ਸੁਹਾਤੀ। ਕਹਿੰਦੇ ਮਹਾਰਾਜ ਜੀ ਕਹਿੰਦੇ ਜੀਜਾ ਜੀ ਕੀ ਗੱਲ ਹੈ, ਪਰੇਸ਼ਾਨ ਜੇ? ਕਹਿੰਦੇ ਨਾਨਕ ਜੀ ਕੁਛ ਨਹੀਂ। ਵੈਸੇ ਹੀ ਮਹਾਰਾਜ ਕਹਿੰਦੇ ਮੈਂ ਦੱਸਦਿਆਂ ਘਟ ਘਟ ਕੇ ਅੰਤਰ ਕੀ ਜਾਣਤ, ਅੰਤਰਜਾਮੀ ਪੁਰਖ ਵਿਦਾਤੇ, ਸ਼ਰਧਾ ਮਨ ਕੀ ਪੂਰੇ। ਜੇ ਗੁਰੂ ਨੂੰ ਰੌਲਾ ਪਾਉਣਾ ਪਾ ਕੇ ਦੱਸਣਾ ਪਿਆ ਤੇ ਗੁਰੂ ਕਾਹਦਾ? ਸੰਗਤੇ ਇੱਦਾਂ ਦਾ ਸਮਾਂ ਚਲੋ ਕਹਿਣਾ ਨਹੀਂ, ਤੁਸੀਂ ਘਰੋਂ ਫੁਰਨਾ ਬਣਾ ਲਓ, ਕੋਈ ਸਵਾਲ ਰੱਖ ਲਓ ਆਪਣੇ ਅੰਦਰ ਕਿ ਮੈਂ ਗੁਰਦੁਆਰੇ ਜਾਣਾ ਤੇ ਆਉਂਦਿਆਂ ਨੂੰ ਜਾਂ ਕਥਾ ਕੀਰਤਨ ਜਾਂ ਕੋਈ ਬਾਣੀ ਦੀ ਪੰਕਤੀ ਇੱਦਾਂ ਦੀ, ਉਹ ਤੁਹਾਨੂੰ ਲੱਗਣਾ ਕਥਾ ਮੇਰੀ ਹੋ ਰਹੀ ਹੈ। ਇਹ ਪ੍ਰਤੱਖ ਕਰਾਮਾਤ ਜੇ, ਤੇ ਜ਼ਿੰਦਗੀ 'ਚ ਘਟੀ ਵੀ ਹੈ ਵੀ ਘਰੋਂ ਬੰਦਾ ਤੁਰੇ ਨਾ ਗੁਰਦੁਆਰੇ, ਆਪਾਂ ਕਹਿੰਦੇ ਪ੍ਰਗਟ ਗੁਰਾਂ ਕੀ ਦੇ ਹੈ ਕਿ ਰੁਮਾਲੇ ਹੀ ਹੈ? ਪ੍ਰਗਟ ਗੁਰਾਂ ਕੀ ਦੇ ਹੈ?
ਕਈ ਵਾਰੀ ਬੰਦਾ ਘਰੋਂ ਤੁਰਦਾ ਕੋਈ ਅੰਦਰ ਲੈ ਕੇ ਗੁਰੂ ਘਰ ਲਈ ਕਿ ਅੱਜ ਮੈਂ ਅਰਦਾਸ ਕਰਨੀ, ਪਰ ਆਉਂਦਿਆਂ ਨੂੰ ਉਹ ਵਿਸ਼ਾ ਹੀ ਉਹ ਹੁੰਦਾ, ਬੰਦਾ ਕਹਿੰਦਾ ਵੀ ਬਾਬਾ ਜੀ ਨੂੰ ਕਿੱਦਾਂ ਪਤਾ ਵੀ ਮੇਰੀ ਗੱਲ ਹੈ, ਇਹ ਆਪਣੀ ਨਹੀਂ। ਫਿਰ ਉਹਨੂੰ ਜਾਣੀ ਜਾਣ ਕਹਿੰਦੇ ਆ ਨਾ, ਅੰਤਰਜਾਮੀ ਪੁਰਖ ਵਿਦਾਤੇ ਸ਼ਰਧਾ ਮਨ ਕੀ। ਪੂਰੇ। ਉਹ ਮਹਾਰਾਜ ਪਹਿਲਾਂ ਹੀ ਪਛਾਣ ਲੈਂਦੇ ਜਦੋਂ ਬਈਦਾ ਆਪਾਂ ਮੱਥਾ ਟੇਕ ਕੇ ਵੀ ਇਹਨੂੰ ਕੀ ਰੋਗ ਹੈ। ਉਹ ਵੈਦ ਹੀ ਇਦਾਂ ਦਾ, ਦੂਜੇ ਨਬਜ ਫੜਦੇ ਚੈੱਕ ਕਰਦੇ ਤੇ ਮਹਾਰਾਜ ਤਾਂ ਦ੍ਰਿਸ਼ਟੀ ਪਾ ਕੇ ਦੱਸ ਦਿੰਦੇ ਵੀ ਇਹਨੂੰ ਬਿਮਾਰੀ ਕੀ ਹੈ, ਇਹਦਾ ਕੀ ਇਲਾਜ ਕਰਨਾ ਹੈ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਜਾ ਜੀ ਉਤੋਂ ਉਤੋਂ ਨਾ ਸੋ, ਅੰਦਰ ਤੇ ਰੋਂਦਿਆ ਤੁਹਾਡਾ ਇਸ ਗੱਲੋਂ ਵੀ ਮੇਰੇ ਜਜਮਾਨ ਨੇ ਕੋਈ ਗਲਤੀ ਨਾ ਕਰਤੀ ਹੋਵੇ, ਮੇਰੀ ਇਨਸਲਟ ਨਾ ਹੋ ਜਾਵੇ, ਲਿਆਓ ਕਰਾਈਏ ਹਿਸਾਬ ਕਿਤਾਬ। ਕਹਿੰਦੇ ਜਦੋਂ ਆਪ ਹੀ ਨਾਨਕ ਜੀ ਬੋਲੇ ਤੇ ਭਾਈਆ ਜੈ ਰਾਮ ਦੀ ਚਿੰਤਾ ਖਤਮ ਹੋ ਗਈ, ਕਿਉਂਕਿ ਜੇ ਆਪ ਕਹਿੰਦੇ ਤੇ ਮਹਿਸੂਸ ਕਰਦੇ ਸੀ ਵੀ ਆਪ ਕਹੀਏ ਹੋਰ ਗੱਲ ਹੈ, ਅਗਲਾ ਕਵੇ ਹੋਰ ਗੱਲ ਹੈ। ਤੋ ਇਸ ਕਰਕੇ ਆਪਾਂ ਕਿਸੇ ਨੂੰ ਕਹਿ ਦਾਂਗੇ ਮੈਂ ਤੇਰੇ ਘਰੇ ਆਉਣਾ ਹੀ, ਉਹ ਹੋਰ ਗੱਲ ਹੈ, ਅਗਲਾ ਕਵੇ ਜੀ ਸਾਡੇ ਘਰ ਆਇਓ, ਉਹ ਤਾਂ ਸੋਨੇ ਤੇ ਸੁਹਾਗਾ ਏ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪ ਹੀ ਬੁੱਝ ਲਿਆ। ਕਹਿੰਦੇ ਹੁਣ ਚਿੰਤ ਜਾਗੀ ਦਿਨ ਰਾਤੀ, ਕਹਿੰਦੇ ਦਿਨੇ ਰਾਤ ਦੀ ਚਿੰਤਾ ਖਤਮ ਹੋ ਗਈ। ਲੈ ਨਿਦੇਸ਼ ਕਾ ਪਾਸ ਨਰੇਸਾ, ਪੋਸ਼ਿਸ਼ ਪੈਰ ਕੀਏ ਸ਼ੁਭ ਬੇਸਾ। ਕਹਿੰਦੇ ਪਟਵਾਰੀ ਸਾਹਿਬ ਦੀ ਬਖਸ਼ੀਸ਼ ਦੇ ਨਵਾਜ ਗੁਰੂ ਨਾਨਕ ਸਾਹਿਬ ਜੀ ਦਇਆ ਦੇ ਦਾਤੇ ਨੇ ਭਾਈਆ ਜੈ ਰਾਮ ਜੀ ਨੂੰ ਬਚਨ ਕੀਤਾ। ਜੈ ਰਾਮ ਜੀ ਨੇ ਵਧੀਆ ਪੁਸ਼ਾਕ ਪਾਈ ਔਰ ਬਹੁਤ ਸੁੰਦਰ ਬਸਤਰ ਪਾ ਕਰਕੇ ਮਹਾਰਾਜ ਤੋਂ ਆਗਿਆ ਲੈ ਕੇ ਨਿਕਟ ਬੈਠ ਕੈ ਸੁਨ ਨਿਕ ਲੋਤੀ, ਕਰ ਔਰ ਸਿਸਾਬ ਚੈਤ ਤੁਮ ਬੋਤੀ। ਔਰ ਉਸ ਵੇਲੇ ਕਹਿੰਦੇ ਹਨ ਕਿ ਭਾਈਆ ਜੈ ਰਾਮ ਜੀ ਨਵਾਬ ਦੌਲਤ ਖਾਂ ਲੋਧੀ ਕੋ, ਸੁਲਤਾਨਪੁਰ ਦਾ ਨਵਾਬ, ਉਹਦੇ ਕੋਲ ਗਏ ਹਨ। ਜਾ ਕੇ ਕਹਿੰਦੇ ਜੀ ਸਲਾਮ ਹੈ। ਅੱਗੋਂ ਨਵਾਬ ਜੀ ਕਹਿੰਦਾ ਸਲਾਮ ਅਲੈਕੁਮ, ਬੈਠ ਜਾਓ, ਦੱਸੋ ਕਿੱਧਰ ਆਉਣਾ ਹੋਇਆ ਭਾਈਆ ਜੀ। ਕਹਿਣ ਲੱਗੇ ਜੀ ਮੇਰੇ ਮੋਦੀ ਨੇ ਭੇਜਿਆ ਹਿਸਾਬ ਕਰਨਾ। ਕਹਿਣ ਲੱਗੇ ਹਿਸਾਬ ਤੂੰ ਕਿਉਂ ਕਰਾਉਣਾ ਹੈ ਜਦੋਂ ਮੈਂ ਨਹੀਂ ਕਹਿੰਦਾ। ਕਹਿੰਦੇ ਨਹੀਂ, ਨਾਨਕ ਜੀ ਨੇ ਆਖਿਆ ਕਿ ਹਿਸਾਬ ਕਿਤਾਬ ਕੀਤਾ ਜਾਵੇ। ਕਾਲ ਵਿਸਾਲ ਬਿਤਿਓ ਬਿਨ ਦੇਖੇ, ਆਮਦ ਖਰਚ ਉਚਿਤ ਅਬ ਦੇਖੇ। ਕਹਿੰਦੇ ਕਿੰਨਾ ਸਮਾਂ ਹੀ ਹੋ ਗਿਆ ਹੁਣ ਹਿਸਾਬ ਕਿਤਾਬ ਕੀਤੇ ਨੂੰ, ਤੇ ਕਿੰਨੀ ਆਮਦਨ ਹੋਈ ਹੈ ਤੇ ਕਿੰਨਾ ਕੁ ਖਰਚ ਹੋਇਆ ਹੈ, ਇਹ ਸਾਰੇ ਦਾ ਸਾਰਾ ਤੁਹਾਡੇ ਸਾਹਮਣੇ ਆ ਜਾਵੇਗਾ। ਪੂਰਬ ਦੌਲਤ ਖਾਟਿਕ ਦੂਤੀ, ਦੁਸ਼ਟ ਲੋਕ ਮਿਲ ਕਰਤ ਬਹੁਤੀ। ਕਹਿੰਦੇ ਪਹਿਲਾਂ ਹੀ ਜਿਹੜੇ ਦੁਸ਼ਟ ਸੀ, ਨਿੰਦਕ ਲੋਕ ਸੀ, ਚੁਗਲ, ਪਹਿਲਾਂ ਹੀ ਜਾ ਕੇ ਚੁਗਲੀਆਂ ਕੀਤੀਆਂ ਸੀ ਦੌਲਤ ਖਾਂ ਲੋਧੀ ਕੋ। ਸਿਆਣਾ ਸੀ ਉਹ ਵੀ, ਪਰ ਉਹਦੇ ਕੋਲ ਵੀ ਬਚਨ ਕੀਤੇ ਤੇ ਚੁਗਲੀਆਂ ਕਦੇ ਨਹੀਂ ਬਾਜ ਹੀ ਆਉਂਦਾ। ਤੇ ਗੱਲ ਅੱਜ ਵੀ ਕਈਆਂ ਨੂੰ ਵੇਖ ਕੇ ਹਾਸਾ ਵੀ ਆਊਗਾ, ਨਾਲੇ ਅਗਲੇ ਦੇ ਘਰ ਚਾਹ ਪੀਣਗੇ, ਨਾਲੇ ਪ੍ਰਸ਼ਾਦਾ ਛਕਣਗੇ ਤੇ ਨਾਲੇ ਅੱਗ ਲਾ ਜਾਣਗੇ। ਬਹੁਤ ਮਿਲਦੇ ਇੱਦਾਂ ਦੇ ਪੰਜਾਬ 'ਚ, ਖਾਸ ਕਰਕੇ। ਬਾਹਰ ਤਾਂ ਬੀਜੀ ਹੈ ਸ਼ਡੂਲ, ਉੱਥੇ ਤਾਂ ਚੁਗਲੀਆਂ ਵਾਲੀ ਟਾਈਮ ਹੈ ਨਹੀਂ ਕਿਸੇ ਕੋਲ। ਇੱਧਰ ਫਰੀ ਆ ਸਾਰੇ ਤੇ ਇੱਥੇ ਆ ਜਾਣਗੇ ਟਾਈਮ ਨਾਲ ਹੀ। ਲੈ ਮੈਂ ਕਿਹਾ ਚੱਲਦੇ, ਨਾਲੇ ਤਾਂ ਜਲ ਪਾਣੀ ਛਕਣਾ ਅਗਲੇ ਦਾ ਤੇ ਨਾਲੇ ਅਗਲੇ ਦੇ ਘਰ ਕਲੇ ਪਾ ਦੇਣੀ। ਤੋ ਇਸ ਕਰਕੇ ਕਹਿੰਦੇ ਚੁਗਲ ਦਾ ਕੰਮ ਹੁੰਦਾ ਇਹ ਨਿੰਦਕ ਦਾ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਬਾਬਤ ਪਹਿਲਾਂ ਹੀ ਬਚਨ ਕੀਤੇ ਹਨ। ਸਰਬ ਦਰਬ ਕੋ ਖੋ ਕਰ ਨਾਨਕ, ਹੋਏ ਪਲਾਇਨ ਕਬੈ ਅਚਾਨਕ। ਔਰ ਕਹਿੰਦੇ ਹਨ ਕਿ ਉਹਨਾਂ ਨੇ ਐਸੇ ਬਰਖਲਾਫ ਬਚਨ ਕੀਤੇ, ਕਹਿੰਦੇ ਨਾਨਕ ਤਾਂ ਖੁਰਦ ਬੁਰਦ ਕਰ ਰਿਹਾ ਵੀ ਜਿਹੜਾ ਆਉਂਦਾ ਉਹਦੀ ਝੋਲੀ ਭਰ ਦਿੰਦਾ, ਨੰਗੇ ਨੂੰ ਕੱਪੜਾ, ਭੁੱਖੇ ਨੂੰ ਪ੍ਰਸ਼ਾਦਾ ਦੇ ਦਿੰਦਾ, ਤੇ ਕੋਈ ਵੀ ਖਾਲੀ ਨਹੀਂ ਜਾਂਦਾ ਤੇ ਪੈਸੇ ਵੀ ਨਹੀਂ ਲੈਂਦਾ, ਤੇ ਖਰਚਾ ਕਿੱਥੋਂ ਚੱਲਦਾ ਹੈ। ਪਰ ਇਹਨਾਂ ਸਾਰਿਆਂ ਨੂੰ ਇਹ ਨਹੀਂ ਪਤਾ ਵੀ ਜਿਹੜਾ ਦੁਨੀਆ ਦੇ ਖਰਚੇ ਚਲਾਉਣ ਵਾਲਾ ਉਹਨੂੰ ਕਿਤੇ ਲੋੜ ਹੈ। ਮੈਂ ਆਪਣੀ ਜ਼ਿੰਦਗੀ ਦੇ ਵਿੱਚ, ਤੁਹਾਡੀ ਆਪਣੀ ਜ਼ਿੰਦਗੀ ਹੈ, ਬਾਬੇ ਨਾਨਕ ਤੋਂ ਕੁਛ ਮੰਗਿਆ ਸੀ ਰਾਤ ਦੇ 12 ਵਜੇ। ਪੁੱਛੋਗੇ ਉਹ ਕਿਉਂ? ਕਿਉਂਕਿ ਮੈਂ 10 ਤੋਂ 12 ਡਿਊਟੀ ਲਾਈ ਸੀ ਅਖੰਡ ਪਾਠ ਦੀ, ਤੇ ਸਰੋਵਰ ਤੇ ਮੈਂ ਬੈਠ ਗਿਆ ਬੇਰ ਸਾਹਿਬ, ਬੇਰੀ ਵੱਲ ਨੂੰ ਮੂੰਹ ਕਰਕੇ, ਤੇ ਇੱਦਾਂ ਹੱਥ ਜੋੜ ਕੇ ਮੈਂ ਆਖਿਆ ਸਤਿਗੁਰੂ ਕਿੰਨੀ ਦੁਨੀਆ ਤੇਰੇ ਘਰ ਆਉਂਦੀ ਹੈ, ਤੇਰਾ ਡੰਕਾ ਵੱਜਦਾ, ਧੰਨ ਨਾਨਕ ਤੇਰੀ ਵੱਡੀ ਕਮਾਈ, ਇੱਕ ਮੇਰੀ ਵੀ ਬਖਸ਼ਿਸ਼ ਮਹਾਰਾਜ ਪੂਰੀ ਕਰ ਦਿਓ। ਤੁਮਾਰੇ ਸੱਚੇ ਪਾਤਸ਼ਾਹ ਦੇ ਘਰ ਲੋਕੀ ਕਹਿੰਦੇ ਦੇਰ ਹੈ, ਮੈਂ ਕਹਿੰਦਾ ਦੇਰ ਵੀ ਨਹੀਂ,
ਤੇਰੀ ਝੋਲੀ ਸਾਫ਼ ਹੋਣੀ ਚਾਹੀਦੀ ਜਿਹ 'ਚ ਪਵਾਉਣਾ ਤੂੰ ਮੈਂ ਕਈ ਵਾਰੀ ਹੁਣ ਜਦੋਂ ਜਾ ਕੇ ਮੱਥਾ ਟੇਕਦਾ ਨੇਤਰ ਭਰ ਜਾਂਦੇ ਕਿ ਸਤਿਗੁਰੂ ਦੁਨੀਆ ਕਹਿੰਦੀ ਹੈ ਨਹੀਂ ਰੱਬ, ਗੁਰਦੁਆਰੇ ਕੀ ਕਰਨਾ, ਬਾਣੀ ਕੀ ਕਰਨਾ, ਪਰ ਹੁਣ ਮੈਂ ਦੱਸ ਨਹੀਂ ਸਕਦਾ ਉਹ ਫੀਲਿੰਗ। ਕਿਉਂਕਿ ਕਬੀਰ ਸਾਹਿਬ ਨੂੰ ਕਿਸੇ ਪੁੱਛਿਆ ਵੀ ਉਹ ਕਬੀਰ ਸੁਣਿਆ ਤੇਰੇ ਕੋਲ ਬਹਿ ਕੇ ਆਨੰਦ ਆਉਂਦਾ। ਕਿਸੇ ਸੇਠ ਕੋ ਨਾ ਕਰੋੜਾਂ ਦੀ ਜਾਇਦਾਦ ਸੀ, ਸਕੂਨ ਨਹੀਂ ਸੀ ਹੈਗਾ, ਤੇ ਉਹਨੂੰ ਨੀਂਦ ਨਹੀਂ ਸੀ ਆਉਂਦੀ, ਰਾਤ ਨੂੰ ਪਰੇਸ਼ਾਨ ਰਹਿੰਦਾ ਸੀ। ਤੇ ਅੱਜ ਵੀ ਮਾਫ਼ ਕਰਿਓ, ਰਕਸ਼ਾ ਚਲਾਉਣ ਵਾਲਾ ਬੰਦਾ ਹੱਸਦਾ ਮਿਲੂ, ਉਹਨੂੰ ਕਿਤੇ ਨਾ ਵੀ ਪੈਸੇ ਹੋਣ ਤੇ ਕਹਿ ਦਿਓ ਜੀ ਸੌਰੀ ਪੈਸੇ ਭੁੱਲ ਗਏ, ਗੱਲ ਹੀ ਕੋਈ ਨਹੀਂ ਪਿਆਰਿਓ, ਫੇਰ ਦੇ ਜਿਓ। ਕਰੋੜਾਂ ਪਤੀ ਬੰਦੇ ਕੋ ਬਹਿ ਕੇ ਵੇਖੋ, ਉਹਨੂੰ ਹਾਸਾ ਨਹੀਂ ਆਊ। ਉਹ ਤਾਂ ਸੋਚਾਂ 'ਚ ਇੱਦਾਂ ਪਰੇਸ਼ਾਨ ਹੋਵੇਗਾ, ਅੱਖਾਂ ਸੁੱਜੀਆਂ ਹੋਣਗੀਆਂ, ਬੁਰੇ ਹਾਲ ਵਰਤੀ ਦਾ ਨਾ ਮੈਨੂੰ ਪਤਾ। ਤੋ ਇਸ ਕਰਕੇ ਮਾਰੇ ਕਹਿੰਦੇ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਉ ਫਕੀਰ, ਜਿਨ ਕੈ ਪੱਲੇ ਤੂੰ ਵਸੈ ਤੇ ਨਰ ਗੁਣੀ ਗਹੀਰ। ਮਹਾਰਾਜ ਕਹਿੰਦੇ ਜਿੰਨਾ ਨਿਮਰਤਾ ਰੱਖੋ ਓਨੇ ਖੁਸ਼ ਸੀ, ਇਕੱਠੇ ਰਹਿੰਦੇ ਸੀ, ਵਸਦੇ ਸੀ ਤੇ ਹੱਸਦੇ ਸੀ। ਹੁਣ ਇਕੱਲੇ ਇਕੱਲੇ ਹੋ ਕੇ ਦੁੱਖਾਂ ਦੇ ਵਿੱਚ ਮੱਚਦੇ ਆ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਦੇ ਦਾਤੇ, ਦਇਆ ਦੇ ਸਾਗਰ ਸਤਿਗੁਰੂ ਮਹਾਰਾਜ ਦੇ ਬਾਬਤ ਬਚਨ ਕੀਤੇ ਹਨ। ਕਹਿੰਦੇ ਹਨ ਕਿ ਖੁਰਦ ਬੁਰਦ ਕਰਦਾ ਹੈ, ਕਿਸੇ ਤੋਂ ਪੈਸਾ ਨਹੀਂ ਲੈਂਦਾ ਹੈ। ਤੋ ਇਸੇ ਤਰ੍ਹਾਂ ਸਕੂਨ ਦੀ ਜ਼ਿੰਦਗੀ ਸੀ। ਕਬੀਰ ਸਾਹਿਬ ਕੋ ਸੇਠ ਆ ਗਿਆ ਜਿਹੜਾ ਕਰੋੜਪਤੀ ਸੀ ਨਾ, ਤੇ ਸੰਗਤ ਏਦਾਂ ਬੈਠੀ ਤੇ ਸਿਮਰਨ ਚੱਲਣ ਦਿਆ। ਕਹਿੰਦਾ ਕਬੀਰ ਕੌਣ ਤੁਹਾਡੇ ਚੋਂ? ਸੰਗਤ ਕਹਿੰਦੀ ਇਹ ਤਰੀਕਾ ਕੋਈ ਪੁੱਛਣ ਦਾ? ਕਬੀਰ ਸਾਹਿਬ ਜੀ ਕਹੋ। ਕਹਿੰਦਾ ਚਲੋ ਠੀਕ ਹੈ, ਦੱਸੋ ਕਿਹੜਾ? ਕਹਿੰਦੇ ਉਹ ਸਾਹਮਣੇ ਬੈਠਾ ਜਿਹੜਾ ਸਿਮਰਨ ਕਰਾ ਰਿਹਾ। ਤੇ ਕਬੀਰ ਸਾਹਿਬ ਦਾ ਕੁੜਤਾ ਘਸਿਆ ਪਿਆ ਤੇ ਕਾਲਰਾਂ ਤੋਂ ਵੀ, ਕਿਉਂਕਿ ਕਿਰਤੀ ਸੀ ਤੇ ਚਿਹਰਾ ਜਗਦਾ। ਤੇ ਉਹ ਸੇਠ ਆ ਕੇ ਕਹਿੰਦਾ ਕਬੀਰ ਜੀ ਮੈਂ ਸੁਣਿਆ ਤੁਹਾਡੇ ਕੋਲ ਸਕੂਨ ਮਿਲਦਾ। ਕਬੀਰ ਸਾਹਿਬ ਕਹਿੰਦੇ ਵੀ ਵੇਖ ਲਾ। ਕਹਿੰਦਾ ਜੀ ਮਿਲਦਾ ਏ ਤੇ ਮੈਨੂੰ ਵੀ ਦੇ ਦਿਓ, ਤੇ ਨਾਲੇ ਇੱਕ ਗੱਲ ਹੋਰ ਹੈ, ਸਕੂਨ ਮੈਨੂੰ ਫੁੱਲ ਆਉਣਾ ਚਾਹੀਦਾ ਏ ਤੇ ਮੈਂ ਸੋਨੇ ਦੇ ਵਿੱਚ ਤੋਲੂੰਗਾ ਤੁਹਾਨੂੰ। ਕਬੀਰ ਸਾਹਿਬ ਨੂੰ ਕਹਿੰਦਾ ਵੀ ਇੱਕ ਪਾਸੇ ਤੁਹਾਨੂੰ ਬਿਠਾਊਂ ਤੱਕੜ 'ਚ, ਇੱਕ ਪਾਸੇ ਸੋਨਾ, ਇੰਨੀ ਮਾਇਆ ਮੇਰੇ ਕੋਲੇ। ਪਰ ਮੈਂ ਸੁਣਿਆ ਵੀ ਤੇਰੇ ਕੋਲ ਜਿਹੜਾ ਵੀ ਆਉਂਦਾ ਚੌਂਕੜਾ ਲਾ ਕੇ ਮੁੜ ਕੇ ਪੱਕਾ ਹੀ ਆਉਂਦਾ। ਹੁਣ ਇਹੋ ਚੀਜ਼ ਤਾਂ ਦੁਨੀਆ ਲੱਭਦੀ ਫਿਰਦੀ। ਕੁੱਲੀ ਤੋਂ ਕਨੇਡਾ ਅਮਰੀਕਾ ਪਹੁੰਚ ਗਏ, ਅਮਰੀਕਾ ਦੇ ਵਿੱਚ ਖਰਬਾਂ ਦੀ ਜਾਇਦਾਦ, ਸਕੂਨ ਫੇਰ ਵੀ ਨਹੀਂ। ਉਹ ਕਿੱਥੋਂ ਮਿਲਣਾ ਏ? ਪੁੱਛੋ ਬਾਬੇ ਅਮਰਦਾਸ ਨੂੰ, 70 ਸਾਲਾਂ ਬਾਅਦ ਗੁਰਤਾ ਗੱਦੀ 'ਤੇ ਬੈਠੇ। ਅੱਜ ਸਾਡੀ ਉਮਰ ਸਾਰੀ 70 ਹੈ। ਅੱਜ ਜਿੰਨੇ ਵੀ ਭੋਗ ਪੈਂਦੇ 70 + 75 ਤੇ ਸਮਾਪਤੀ ਹੈ। ਤੇ ਬਾਬਾ ਜੀ 17 ਸਾਲਾਂ 'ਚ ਗੁਰਤਾ ਗੱਦੀ 'ਤੇ ਗੋਇੰਦਵਾਲ ਬੈਠੇ। 12 ਸਾਲ ਗਾਗਰ ਚੁੱਕੀ, 60 ਦੇ ਆਏ ਸੀ ਤੇ 72 ਸਾਲਾਂ ਦੇ ਬਾਪੂ ਦੇ ਮੁਖ 'ਚੋਂ ਨਿਕਲਿਆ। ਤਜਰਬਾ ਹੁੰਦਾ ਬੰਦੇ ਦਾ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਜੀ ਆਨੰਦ ਕਿੱਥੋਂ ਮਿਲਦਾ? ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੇ। ਕਹਿੰਦੇ 60 ਸਾਲ ਜ਼ਿੰਦਗੀ ਖਰਾਬ ਕੀਤੀ। ਸੋਚਿਆ ਸੋਨੇ ਦੇ ਵਿੱਚ ਆਨੰਦ ਹੋਊ, ਚਾਂਦੀ ਵਿੱਚ ਹੋਊ, ਡਾਲਰਾਂ 'ਚ ਹੋਊ, ਪਾਉਂਡਾਂ 'ਚ ਹੋਊ, ਕੁੱਲ ਦੁਨੀਆ, ਪਰ ਕਿਤੇੋਂ ਨਹੀਂ ਮਿਲਿਆ। ਜਦੋਂ ਮਿਲਿਆ ਤੇ ਗੁਰੂ ਰਾਮਦਾਸ ਦੇ ਜੋੜਿਆਂ 'ਚੋਂ ਮਿਲਿਆ। ਉਹ ਕਹਿੰਦੇ ਕਬੀਰ ਮੈਂ ਸੋਨੇ 'ਚ ਤੋਲ ਦੂੰ, ਮੈਨੂੰ ਸਕੂਨ ਦੇ ਦੇ। ਕਬੀਰ ਸਾਹਿਬ ਕਹਿੰਦੇ ਪਹਿਲੀ ਵਾਰੀ ਆਇਆ? ਕਹਿੰਦਾ ਜੀ ਕਹਿੰਦੇ ਮਿੱਤਰਾ ਕੰਚਨ ਸਿਉ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਕਹਿੰਦੇ ਸਕੂਨ ਕੋਈ ਦੇਣ ਵਾਲੀ ਚੀਜ਼ ਨਹੀਂ, ਮਾਨਣ ਵਾਲੀ ਚੀਜ਼ ਹੈ। ਤੇ ਤੂੰ ਲੈਣ ਆਇਆ ਏ, ਜਾ ਜਾ ਕੇ ਪਹਿਲਾਂ ਜੁੱਤੀ ਲਾ, ਆ ਚੈਨੀਆਂ ਚੂਨੀਆਂ ਜਿਹੜਾ ਐਸ਼ ਬੈਸ਼ ਕੀਤਾ ਇਹਨੂੰ ਲਾ ਕੇ ਆ, ਸਾਦਾ ਕੁੜਤਾ ਪਾ ਕੇ ਮੂੰਹ ਹੱਥ ਧੋ ਕੇ ਤੇ ਸੰਗਤ ਵਿੱਚ ਬਹਿ ਜਾ। ਕਹਿੰਦੇ ਜੀ ਮੈਂ ਤੇ ਰਾਜਾ ਏ। ਤੇ ਕਹਿੰਦੇ ਫਿਰ ਇਹੋ ਚੀਜ਼ ਤੇ ਤੈਨੂੰ ਸੁੱਖ ਨਹੀਂ ਆਉਣ ਦਿੰਦੀ ਵੀ ਤੂੰ ਸਾਰਿਆਂ ਤੋਂ ਵੱਖਰਾ ਆਪਣੇ ਆਪ ਨੂੰ ਸਮਝਦਾ, ਈਗੋ ਵਿੱਚ ਹੈ। ਆਪ ਸਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਉੱਚਾ। ਜਾ ਕਾ ਮਨ ਹੋਏ ਸਗਲ ਕੀਰੀਨਾ, ਹਰ ਹਰ ਨਾਮ ਤਿਨ ਮਨ ਆਪਣੇ ਤੇ ਬੁਰਾ ਮਿਟਾਨਾ। ਪੇਖੈ ਸਗਲ ਸ੍ਰੇਟ ਸਾਜਨਾ, ਸੂਖ ਦੁਖ ਜਨ ਸਮ ਦ੍ਰਿਸ਼ਟੇਤਾ। ਨਾਨਕ ਪਾਪ ਪੁੰਨ ਨਹੀਂ ਲੇਪਾ, ਨਿਰਤਨ ਕੌਤਨ ਤੇਰੋ ਨਾਉ। ਨਿਥਾਵੇ ਕੋ ਨਾਉ
ਨਿਮਾਣੇ ਕੋ ਪ੍ਰਭ ਤੇਰੋ ਮਾਨ, ਸਗਲ ਕਟਾ ਕੋ ਦੇਵੋ ਦਾਨ। ਕਰਨ ਕਰਾਵਨ ਹਾਰ ਸੁਆਮੀ, ਸਗਲ ਕਟਾ ਕੇ ਅੰਤਰ ਜਾਮੀ। ਆਪਣੀ ਗਤ ਮਿਤ ਜਾਨੋ ਆਪੇ, ਆਪਨ ਸੰਗ ਆਪ ਪ੍ਰਭ ਰਾਤੇ। ਤੁਮਰੀ ਉਸਤਤ ਤੁਮ ਤੇ ਹੋਏ, ਨਾਨਕ। ਸੁਖਮਨੀ ਸਾਹਿਬ ਦੀ ਬਾਣੀ ਪੜ੍ਹਿਆ ਕਰੋ, ਕੰਠ ਕਰੋ ਕੰਠ ਜ਼ੁਬਾਨੀ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਖਜ਼ਾਨਾ ਏ। ਡਾਲਰ ਪਾਉਂਡ ਇਕੱਠੇ ਕਰ ਲਓ ਜਿੰਨੇ ਮਰਜ਼ੀ। ਜਿੱਦਣ ਕੁਝ ਹੋ ਗਿਆ ਪਹਿਲੋਂ ਅਗਲੇ ਇਹੋ ਹੀ ਸਾਹਮਣੇ, ਪਹਿਲਾਂ ਜੇਬ ਵੀ ਵੇਖਦੇ ਆ ਬਟੂਏ 'ਚ ਕਿੰਨੇ ਆ ਤੇ ਬੈਂਕ ਦੀ ਕਾਪੀ ਕਿੱਥੇ ਹੈ। ਆਹ ਜਿਹੜੀ ਸੰਗਤ ਵਿੱਚ ਤੁਸੀਂ ਬੰਦਗੀ ਕੀਤੀ, ਕੋਈ ਮਾਈ ਦਾ ਲਾਲ ਖੋ ਨਹੀਂ ਸਕਦਾ, ਕੋਈ ਨਹੀਂ ਖੋ ਸਕਦਾ। ਵਾਹਿਗੁਰੂ 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 ਤੋ ਇਸ ਤਰ੍ਹਾਂ ਕਰਕੇ ਮਹਾਰਾਜ ਜੀ ਦੇ ਉੱਤੇ ਚੁਗਲਾਂ ਨੇ ਤੌਮਤ ਲਾਈ ਹੈ। ਸੁਨਤ ਜਰਾਮ ਬਚਨ ਕੋ ਭਾਲਾ, ਬੋਲਿਓ ਸੰਸਾ ਮੁਝ ਬਿਸਲਾ। ਪਰ ਕਹਿੰਦੇ ਹਨ ਕਿ ਜਦ ਨਵਾਬ ਨੇ ਭਾਈਆ ਜੈ ਰਾਮ ਦੀ ਗੱਲ ਸੁਣੀ, ਕਹਿੰਦੇ ਮੇਰੇ ਕੋ ਵੀ ਬਚਨ ਆਏ ਆ, ਤੇਰੇ ਕੋ ਵੀ ਆਏ ਤੇ ਮੈਨੂੰ ਵੀ ਆ ਕੇ ਕਈਆਂ ਨੇ ਦੱਸਣਾ ਕੀਤਾ। ਲਿਖੇ ਤੇ ਸੋਏ ਬਿਨਾਸੀ, ਬੋਲ ਲੈ ਹੋਤਾ ਕੋ ਮਮ ਪਾਸੀ। ਤੋ ਕਹਿੰਦੇ ਫਿਰ ਕਰੋ ਹਿਸਾਬ ਕਿਤਾਬ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਆ ਜਾਏਗਾ। ਨਾਲੇ ਜਿਨ੍ਹਾਂ ਨੇ ਚੁਗਲੀ ਕੀਤੀ ਉਹਨਾਂ ਨੂੰ ਵੀ ਸਾਹਮਣੇ ਲਿਆਉਣਾ ਕਰੋ। ਨਿਤਾ ਤਿਜ ਰਾਮ ਪਟਾਇਆ, ਆਨੰਦੇ ਜਾਂ ਬਚਨ ਉਲਾਇਆ। ਕਹਿੰਦੇ ਉਸ ਵੇਲੇ ਨਿੱਧਾ ਦਿਜ ਨੂੰ ਜੈ ਰਾਮ ਜੀ ਨੇ ਬੁਲਾਇਆ ਹੈ, ਬਚਨ ਕੀਤੇ ਹਨ ਕਿ ਆਉਣਾ ਕਰੋ। ਲੋ ਅਬ ਕਰ ਲੀਜਾ ਲੇਖਾ, ਦ੍ਰਿਪ ਬੁਲਾਏ ਜੇ ਸਭਾ ਵਿਸ਼ੇਖਾ। ਮੇਰੇ ਨਾਨਕ ਜੀ ਨੂੰ ਵੀ ਸੱਦਾ ਭੇਜਤਾ ਵੀ ਨਾਨਕ ਜੀ ਤੁਸੀਂ ਵੀ ਲਾਗੇ ਆ ਜਾਓ। ਹਿਸਾਬ ਕਿਤਾਬ ਬੈਠ ਕੇ ਇੱਕ ਦੂਜੇ ਦੇ ਕੋਲ ਹੋਵੇਗਾ। ਕਹਿ ਬਾਲਾ ਸ਼੍ਰੀ ਅੰਗਦ ਪੂਰਨ, ਸੁਨੋ ਤਿਆਰ ਭਏ ਤਬ ਤੂਰਨ। ਸਾਧ ਸੰਗਤ ਦੀ ਇਹ ਦੁਨੀਆ ਹੈ ਹੀ ਹਿਸਾਬ ਕਿਤਾਬ ਆ। ਰੋਣ ਜਿਹਾ ਆਉਂਦਾ ਜਦੋਂ ਪਿਓ ਦਾ ਭੋਗ ਪਿਆ, ਤਿੰਨੇ ਭਰਾ ਬੈਠੇ ਹਾਂਜੀ, ਤੇ ਉਸ ਵੇਲੇ ਇੱਕ ਕਹਿੰਦਾ ਵੀ ਇੰਨਾ ਆਟਾ ਲੱਗਾ, ਇੰਨੀ ਮਠਿਆਈ ਲੱਗ ਗਈ, ਪਕੌੜਿਆਂ ਦਾ ਖਰਚਾ, ਇੰਨੇ ਖੰਡ ਪਾਠ ਦੀ ਭੇਟਾ ਲਾ ਪਾ ਕੇ ਕਹਿੰਦੇ ਕੁੱਲ ਲੱਗਾ ਜੀ 45,575। ਕਹਿੰਦੇ ਫਿਰ ਕਰੋ ਤਿੰਨੇ ਥਾਂ। ਸਾਧ ਸੰਗਤ ਕਿੱਦਾਂ ਦਾ ਸੰਸਾਰ ਹੈ। ਵੇਲਾ ਉਸ ਬਾਪੂ ਨੇ ਕਦੇ ਵੀ ਆਪਾਂ ਨੂੰ 3 ਟੋਟੇ ਕਰਕੇ ਨਹੀਂ ਪਾਲਿਆ ਹੋਊ, ਨਹੀਂ ਪਾਲਿਆ ਹੋਊਗਾ। ਪਰ ਸਮਾਂ ਐਡਾ ਤਕਦੀਰ ਦਾ ਮਾੜਾ ਏ ਵੀ ਕਈ ਵਾਰੀ ਕਈ ਘਰਾਂ 'ਚ ਬਜ਼ੁਰਗ ਪੂਰੇ ਹੁੰਦੇ ਤਾਂ ਖਾਸ ਗੁੱਸਾ ਨਾ ਕਰ ਲਿਓ, ਕਈ ਭਾਂਡਿਆਂ ਤੋਂ ਲੜਨ ਦੇ ਹੁੰਦੇ। ਜੇ 3 ਨੌਵਾਂ ਤੇ ਇੱਕ ਕਹਿੰਦੀਆਂ ਵੀ ਥਾਲੀਆਂ ਬੇਬੇ ਦੀਆਂ 4 ਕਹਿਣ ਵਾਲੀਆਂ, ਮੇਰੀ ਅੱਖਾਂ ਦੀ ਗੱਲ ਹੈ। ਕਹਿੰਦੇ ਵੀ 3 ਜਣੀਆਂ ਇੱਕ ਥਾਲੀ ਵੱਧ ਗਈ, ਤੇ ਇੱਕ ਕਹਿੰਦੀ ਵੀ ਇਹ ਵਿਚਕਾਰਲੀ ਕਹਿੰਦੀ ਇਹ ਗੁਰਦੁਆਰੇ ਦੇ ਦਈਏ। ਉਹ ਜਿਹੜੀ ਨਿੱਕੀ ਸੀ ਕਹਿੰਦੀ ਗੁਰਦੁਆਰੇ ਵਾਲੇ ਮਾਮੇ ਲੱਗਦੇ ਆ, ਗੁਰਦੁਆਰੇ ਕਿਉਂ ਦੇ ਦਈਏ, ਆ ਬੰਦੇ ਬੈਠੇ ਪੰਚਾਇਤ ਦਾ ਮੁੱਲ ਪਵਾਓ, ਇਹ ਥਾਲੀ ਦਾ ਤੇ 3 ਹਿੱਸੇ ਕਰ ਦਿਓ। ਤੇ ਉੱਥੇ ਲਾਗੇ ਕੋਈ ਰੰਗਿਆ ਹੋਇਆ ਕਹਿੰਦਾ ਓਏ ਓਏ ਅਕਲ ਦੇ ਅੰਨੇ ਹੋ, ਓਏ ਤੁਹਾਨੂੰ ਮੌਤ ਨਹੀਂ ਚੇਤੇ। ਅੱਜ ਉਹ ਚਲੇਗੀ ਤੇ ਤੁਸੀਂ ਉਹਦੇ ਕੰਬਲਾਂ ਤੱਕ ਵੰਡਦੇ ਜੇ, ਦੂਰ ਉਹ ਦਿਨ ਨਹੀਂ ਜਿੱਦਣ ਆਪਾਂ ਵੀ ਜਾਣਾ ਹੀ। ਤੇ ਇਸ ਕਰਕੇ ਕਿਸੇ ਨੇ ਇੱਕ ਵੀਡੀਓ ਪਾਈ ਸੀ, ਇੱਕ ਗੋਰੇ ਨੇ ਚੜ੍ਹਦੀ ਜਵਾਨੀ 'ਚ ਆਪਣੀ ਮਾਂ ਆਸ਼ਰਮ 'ਚ ਛੱਡ ਕੇ ਆਂਦੀ, ਤੇ ਹੁਣ ਉਹ ਮਾਂ ਦੀ ਉਮਰ ਲੰਮੀ ਹੋ ਜੇ ਹੈਗੀ, ਸੁੱਕੀ ਪਈ ਤਾਂ ਵੀਲ ਚੇਅਰ ਤੇ ਉਹ ਗੋਰਾ ਵੀ ਬਜ਼ੁਰਗ ਹੋਇਆ ਤੇ ਉਹਦੇ ਬੱਚਿਆਂ ਨੇ ਵੀ ਉਹਨੂੰ ਚੁੱਕ ਕੇ ਉਸੇ ਆਸ਼ਰਮ 'ਚ ਛੱਡਤਾ। ਤੇ ਉਹ ਇੱਕ ਦੂਜੇ ਨੂੰ ਵੀਲ ਚੇਅਰ ਤੇ ਮਿਲਦਾ ਤੇ ਉਹ ਕਹਿੰਦੀ ਪੁੱਤ ਤੂੰ ਆ ਗਿਆ, ਗਿਲਾ ਨਹੀਂ ਕੀਤਾ ਉਹਨੇ, ਕਹਿੰਦੀ ਜੀ ਆਏ ਨੂੰ। ਉਹ ਮਿਲਦਾ ਇੱਕ ਦੂਜੇ ਨੂੰ, ਤੇ ਉਹ ਚੀਜ਼ ਇੱਦਾਂ ਦੀ ਸੇਧ ਦਿੰਦੀ ਹੈ ਵੀ ਵੇਖ ਲਾ ਮਿੱਤਰਾ, ਆਪਣੇ ਪੰਜਾਬ ਦੇ ਵਿੱਚ ਇਹ ਕਹਾਵਤ ਸੀ, ਕਹਿੰਦੇ ਕੋਈ ਆਪਦੇ ਭਾਪੇ ਨੂੰ ਡੁੱਬੇ 'ਚ ਸੁੱਟਣ ਚੱਲਿਆ ਛੱਪੜ 'ਚ, ਤੇ ਉਹ ਕਹਿੰਦਾ ਵੀ ਰੁਕ ਜਾ ਪੁੱਤ ਥੋੜਾ ਜਿਹਾ ਗਾਂਹ ਕਰਕੇ ਸੁੱਟ। ਕਹਿੰਦਾ ਵੇਖਿਆ ਉਹ ਬੁੜਾ ਮਰਨ ਲੱਗਾ ਵੀ ਨਖਰੇ ਕਰਦਾ ਹੀ।
ਕਹਿੰਦਾ ਵੀ 2 ਕਦਮ ਗਾਂਹ ਹੋ ਜਾ, ਉਰੇ ਨਾ ਸੁੱਟੀ। ਕਹਿੰਦਾ ਕਿਉਂ? ਕਹਿੰਦੇ ਇੱਥੇ ਮੈਂ ਆਪਣੇ ਭਾਪੇ ਨੂੰ ਸੁੱਟਿਆ ਸੀ। ਕਹਿੰਦਾ ਕੀ? ਕਹਿੰਦਾ ਆਹੋ, ਤੂੰ ਮੈਨੂੰ 2 ਕਦਮ ਗਾਂਹ ਸੁੱਟ, ਭਲਕੇ ਤੈਨੂੰ ਉਦੋਂ ਗਾਂਹ ਕਰਨਗੇ। ਮਿੱਤਰੋ ਇਹ ਸੱਚ ਹੈ। ਆਪਾਂ ਤਾਂ ਫਿਰ ਵੀ ਸੇਵਾ ਕਰਦੇ ਸਿਮਰਨ, ਤੇ ਮਾਂ ਪਿਓ ਬਿਨਾਂ ਜਾਨ ਨਿਕਲਦੀ ਘੜੀ ਨਹੀਂ। ਆ ਜਿਹੜੀ ਅਗਲੀ ਪੀੜ੍ਹੀ ਆ ਨਾ, ਜਿਹੜੀ ਆਪਾਂ ਸਕੂਲੇ ਭੇਜ ਰਹੇ ਆ, ਇਹਨਾਂ ਬਦਲੇ ਆਪਾਂ ਜਵਾਨੀਆਂ ਰੋਲੀਆਂ ਵਿਦੇਸ਼ਾਂ 'ਚ। ਲੈ ਲਿਖਾ ਲਓ ਮੇਰੇ ਤੋਂ ਕਾਗਜ਼ ਤੇ, ਬੁੱਢੇ ਬਾਰੇ ਤੁਹਾਨੂੰ ਪਾਣੀ ਵੀ ਦੇ ਜਾਂਦੇ, ਕਿਉਂਕਿ ਮਾਹੌਲ ਇੱਦਾਂ ਦਾ ਏ, ਵਕਤ ਦੀ ਮਾਰ ਇੱਦਾਂ ਦੀ, ਬੱਚਿਆਂ ਦਾ ਮੋਹ ਘਟਦਾ ਜਾਂਦਾ। ਇੱਥੇ ਰੋਜ਼ 5-6 ਆਉਂਦੇ ਅਰਦਾਸ ਕਰਾਉਣ, ਬੱਚੇ ਬਾਹਰ ਫੋਨ ਹੀ ਨਹੀਂ ਕਰਦੇ, ਪਤਾ ਨਹੀਂ ਕਿੱਥੇ ਵਿਆਹ ਕਰਾਇਆ, ਕੀ ਕੀਤਾ, ਤੇ ਉਹ ਰੋਂਦਾ ਹੈ। ਹਾਲਾਂਕਿ ਬੱਚਿਆਂ ਬਦਲੇ ਬੰਦਾ ਆਪਣੀ ਜ਼ਿੰਦਗੀ ਦੀ ਕੁਰਬਾਨੀ ਦੇ ਦਿੰਦਾ। ਐਸਾ ਵਕਤ ਮਾੜਾ ਆ ਰਿਹਾ ਧਰਤੀ ਦੇ ਉੱਤੇ। ਤੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬਿਠਾਇਆ ਗਿਆ, ਹਿਸਾਬ ਕਿਤਾਬ ਕੀਤਾ ਜਾਣ ਲੱਗਾ। ਵਹੀ ਵਿਸਾਲ ਦੀਨ ਮੁਝ ਹਾਥਾ, ਗਮਨ ਕਿਓ ਨ੍ਰਿਪ ਢਿਗ ਜਗਨਾਥਾ। ਪਰ ਕਹਿੰਦੇ ਵਹੀ ਖੋਲ ਕੇ ਦੁਨੀਆ ਦਾ ਮਾਲਕ ਹਿਸਾਬ ਕਰਾ ਲਿਆ ਰੱਬ ਜੀ। ਹਾਂਜੀ। ਮੰਦ ਮੰਦ ਸੁੰਦਰ ਗਤ ਭਾਰੀ, ਪਹੁੰਚਤ ਭੇ ਤਬ ਸਭਾ ਮਜਾਰੀ। ਕਹਿੰਦੇ ਸਾਰੇ ਪਹੁੰਚ ਗਏ ਹਨ। ਨਵਾਬ ਜੀ ਕਹਿੰਦੇ ਨਾਨਕ ਨਹੀਂ ਆਇਆ। ਕਹਿੰਦੇ ਮੇਰੇ ਸਤਿਗੁਰੂ ਮਿੱਠੀ ਮਿੱਠੀ ਚਾਲ, ਦਰਸ਼ਨ ਕਰੋ ਜੀ। ਮਹਾਰਾਜ ਮੰਦ ਮੰਦ ਬੜੇ ਪ੍ਰੇਮ ਦੇ ਪੈਰ ਹੌਲੀ ਹੌਲੀ ਪੁੱਟਦੇ, ਟਹਿਲਦੇ ਟਹਿਲਦੇ, ਕਿਉਂਕਿ ਜਿਹੜੇ ਬੰਦੇ ਅੰਦਰ ਪਾਪਨਾ ਨਾ ਹੋਵੇ ਉਹਦੀ ਜ਼ਿੰਦਗੀ ਵੱਖਰੀ ਹੁੰਦੀ ਹੈ। ਜਦੋਂ ਬੰਦਾ ਝੂਠਾ ਹੋਵੇ, ਚੋਰ ਹੋਵੇ, ਅੰਦਰ ਕੋੜ ਹੋਵੇ, ਤੇ ਉਹ ਬੰਦੇ ਦੀ ਤੋਰ ਤੋਂ ਪਤਾ ਲੱਗ ਜਾਂਦਾ। ਜਿਹੜਾ ਬੰਦਾ ਕਿਸੇ ਦਾ ਦੇਣਦਾਰ ਨਹੀਂ, ਉਹਦੀ ਬੋਲਣੀ ਬਹਿਣੀ ਤੁਰਨੀ ਤੋਂ ਪਤਾ ਲੱਗ ਜੂ ਵੀ ਇਹ ਬੇਪਰਵਾਹ। ਤੋ ਇਸ ਕਰਕੇ ਮੇਰੇ ਨਾਨਕ ਜੀ ਨੇ ਚਿੱਟਾ ਚੋਲਾ ਪਾਇਆ, ਗੁਰੂ ਨਾਨਕ ਸਾਹਿਬ ਗੋਲ ਦਸਤਾਰ ਹੈ, ਤੇ ਕਹਿੰਦੇ ਮੰਦ ਮੰਦ ਸੁੰਦਰ ਗਤ ਪਾਰੀ, ਪਹੁੰਚਤ ਪੇ ਤਬ ਸਭਾ ਮੰਜਾਰੀ। ਕਾਜੀ ਮੁੱਲਾ ਨਵਾਬ ਸਾਰੇ ਬੈਠੇ ਹਨ। ਮੇਰੇ ਨਾਨਕ ਜੀ ਕੋਈ ਕਾਹਲੀ ਨਹੀਂ, ਕੋਈ ਉਹਨਾਂ ਨੂੰ ਚਿਹਰੇ ਦੇ ਉੱਤੇ ਕੋਈ ਗਮ ਨਹੀਂ ਕੁਛ। ਅੱਜ ਵੀ ਕਈ ਸੰਗਤਾਂ ਨੂੰ ਮੈਂ ਦੇਖਦਾ ਨਾ, ਉਹ ਮੱਥਾ ਟੇਕਦੀਆਂ ਕਮਾਲ ਦਾ ਹੀ। ਪਹਿਲਾਂ ਉਹਨਾਂ ਪ੍ਰਸ਼ਾਦ ਲੈਣਾ, ਫਿਰ ਆ ਕੇ 2-4 ਮਿੰਟ ਇੱਦਾਂ ਖੜੇ ਹੋਣਾ, ਫਿਰ 2 ਮਿੰਟ ਮੱਥਾ ਥੱਲੇ ਰੱਖਣਾ, ਫਿਰ ਉੱਠ ਕੇ ਇੱਦਾਂ ਪ੍ਰਕਰਮਾ ਪਿਆਰ ਨਾਲ ਫਿਰ ਇੱਦਾਂ ਬਹਿ ਜਾਣਾ। ਤੇ ਕਈਆਂ ਨੇ ਗੇਅਰ ਵੱਡਾ ਪਾਇਆ ਹੁੰਦਾ, ਉਹ ਤਾਂ ਬਸ ਫਟਾਫਟ ਇੱਕ ਅਜੇ ਉਹ ਤਾਂ ਮੱਥਾ ਵੀ ਟੇਕ ਕੇ ਚੱਲ ਜਾਂਦੇ। ਇਹਨੂੰ ਕਹਿੰਦੇ ਜ਼ਿੰਦਗੀ ਨੂੰ ਕਾਲੀ ਨੇ ਖਾ ਲਿਆ। ਜਿੱਦਣ 5000 ਕਮਾਉਂਦੇ ਸੀ ਉਦਣ ਸਕੂਨ ਸੀ, ਅੱਜ 5 ਲੱਖ ਮਹੀਨੇ ਦਾ, ਤਾਂ ਵੀ ਕਹਿੰਦਾ ਬਸ ਚੰਗਾ ਫੋਨ ਕੱਟਦਾ ਮੈਂ, ਮੇਰੇ ਕੋਲ ਟਾਈਮ ਨਹੀਂ ਭਾਈ, ਮਿਲਣ ਆਉਣਾ ਮੇਰੇ ਕੋਲ ਨਾ ਆਇਓ ਬਈ, ਆਪਦਾ ਹੋਰ ਕਿਤੇ ਚੱਲ ਜਿਓ। ਤੋ ਇਸ ਕਰਕੇ ਇੱਕ ਬੱਚੇ ਨੇ ਕਿਹਾ ਸੀ, ਕਹਿੰਦੇ ਮੈਂ ਅੱਜ 3 ਲੱਖ ਕਮਾਉਣਾ ਟਰਾਲੇ ਤੇ, ਪਰ ਅੱਜ ਮੈਨੂੰ ਪਿਓ ਦੀ ਯਾਦ ਆਈ, ਬੜਾ ਰੋਇਆ। ਮੈਂ ਕਈ ਵਾਰੀ ਸੁਣਾਇਆ ਅੱਗੇ ਵੀ, ਕਹਿੰਦਾ ਅੱਜ ਮੈਂ ਰੋਇਆ ਤਾਂ ਕਿ ਬਾਪੂ ਇੱਕ ਵਾਰੀ ਵਾਪਸ ਆ ਜਾ, ਇੱਕ ਵਾਰੀ ਆ ਕੇ ਮੈਨੂੰ ਉਹ ਰੁਪਈਆ ਦੇ ਦੇ ਜਿਹੜਾ 5 ਸਾਲਾਂ 'ਚ ਦਿੰਦਾ ਸੀ, ਤੇ ਮੈਂ ਸਾਰੀ ਗਲੀ 'ਚ ਭੰਗੜਾ ਪਾਉਂਦਾ ਸੀ ਆਪਦੇ ਹਾਣੀਆਂ ਨੂੰ, ਕਿ ਬਾਪੂ ਨੇ ਰੁਪਈਆ ਦਿੱਤਾ, ਬਾਪੂ ਇੱਕ ਵਾਰੀ ਉਹ ਰੁਪਈਆ ਵਾਪਸ ਦੇ ਦੇ, ਉਹ ਉਮਰ ਵਾਪਸ ਆ ਜੇ। ਅੱਜ ਕਿੱਥੇ ਰੁਪਈਆ, ਕਿੱਥੇ 3 ਲੱਖ, ਪਰ ਅੱਜ 3 ਲੱਖ ਮਿਲਿਆ, ਧੰਦੇ ਇੰਨੇ ਕੁ ਹੈ, ਰੋਂਦਾ ਘਰ ਨੂੰ ਜਾਂਦਿਆ। ਔਰ ਉਸ ਵੇਲੇ 1 ਰੁਪਈਆ ਭੰਗੜਾ ਪੀਂਦਾ ਸੀ। ਹੁਣ ਦੱਸੋ ਖੁਸ਼ੀ ਕਿਹੜੀ ਜ਼ਿੰਦਗੀ 'ਚ ਸੀ? ਰਹਿਣਾ ਤਾਂ ਕੁਛ ਨਹੀਂ ਇੱਥੇ। ਤੋਂ ਬਾਬਾ ਨਾਨਕ ਜੀ ਹੱਸਦੇ ਪਿਆਰ ਦੇ ਵਿੱਚ ਆ ਰਹੇ ਹਨ। ਕਾਜੀ ਖਾਨ ਦੀਵਾਨ ਮੁਲਾਨੇ, ਜਹ ਬੈਸੇ ਨੀਕੇ ਕਰਬਾਨੇ। ਸਾਰੇ ਡੀਕ ਰਹੇ ਸੀ ਤੇ ਚੁਗਲਾ ਹੱਸ ਰਹੇ ਸੀ। ਚੁਗਲਾਂ ਨੂੰ ਪਤਾ ਸੀ ਬਾਬੇ ਨਾਨਕ ਨੇ ਹਾਰ ਜਾਣਾ, ਕਿਉਂਕਿ ਪੈਸਾ ਤਾਂ ਕਿਸੇ ਤੋਂ ਲੈਂਦਾ ਨਹੀਂ, ਤੇ ਫਰੀ ਦੇ ਵਿੱਚ ਹੀ ਦੇਈ ਜਾਂਦਾ। ਉਹ ਬੜੇ ਖੁਸ਼, ਤੇ ਮਹਾਰਾਜ ਉਦੋਂ ਵੱਧ ਖੁਸ਼। ਮਹਾਰਾਜ ਨੂੰ ਪਤਾ ਸੀ ਵੀ ਚੁਗਲ ਨਿੰਦਕ ਇੱਥੇ ਬੈਠੇ ਐ। ਤੇ ਮਹਾਰਾਜ ਨੇ ਸਾਰਿਆਂ ਨੂੰ ਆਖਿਆ ਸਤ ਕਰਤਾਰ, ਬੋਲ ਦਿਓ ਜੀ, ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ, ਸਤ ਕਰਤਾਰ। ਕੱਲ ਨੂੰ ਅੱਗੇ ਚੱਲਾਂਗੇ, ਸਮਾਂ ਸੰਪੂਰਨ ਹੋ ਗਿਆ। ਆਓ ਗੁਰੂ ਕੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਕੁਝ ਸਮਾਂ ਇਕਾਗਰਤਾ ਬਣਾਈਏ।
ਤੋ ਜਿਸ ਤਰ੍ਹਾਂ ਗੁਰੂ ਮਹਾਰਾਜ ਜੀ ਬਖਸ਼ਿਸ਼ ਵਰਤਾਉਣਗੇ, ਦਇਆ ਕਰਨਗੇ, ਰਹਿਮਤ ਕਰਨਗੇ। ਅੱਜ ਤੇ ਮਹਾਰਾਜ ਜੀ ਦੇ ਵਿਛੋੜੇ ਪਏ ਹਨ। ਕੱਲ੍ਹ ਨੂੰ ਬਾਬਾ ਉਦੇ ਸਿੰਘ ਜੀ, ਬਾਬਾ ਜੀਵਨ ਸਿੰਘ ਜੀ, ਉਹਨਾਂ ਦੀ ਸ਼ਹੀਦੀ ਹੈ, ਜਿਹੜੇ ਦਿੱਲੀ ਤੋਂ ਤੁਰ ਕੇ ਮਹਾਰਾਜ ਦਾ ਸੀਸ ਲੈ ਕੇ ਆਏ ਸੀ। ਇੰਨਾ ਪਿਆਰ ਛਾਤੀ ਨਾਲ ਲਾ ਕੇ। ਅੱਜ ਤੇ ਕੋਈ 5 ਮਿੰਟ ਨਹੀਂ ਬਹਿੰਦਾ ਗੁਰੂ ਗ੍ਰੰਥ ਸਾਹਿਬ। ਸਾਰਿਆਂ ਭੈਣ ਭਰਾਵਾਂ ਕੋਲ ਰਾਤਾਂ ਰਹਿ ਹੀ ਦੀਆਂ। ਜਦੋਂ ਗੁਰੂ ਗ੍ਰੰਥ ਸਾਹਿਬ ਕੋ ਮੱਥਾ ਟੇਕੀਦਾ ਉਸੇ ਵੇਲੇ ਭੱਜ ਜਾਈਦਾ। ਸੋ ਜਿਨ੍ਹਾਂ ਦੇ ਕਰਮਾਂ 'ਚ ਮਹਾਰਾਜ ਨੇ ਲਿਖਿਆ ਉਹ ਬੈਠਦੇ ਭਾਈ, ਲਾਹਾ ਲੈਂਦੇ ਆ ਜੀ। ਵਾਹਿਗੁਰੂ 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 ਚੱਲੇ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਰਾਤ ਗੁਜ਼ਾਰਿਓ। ਜੇ ਚੱਲੇ ਉਸ ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਪੋਤਿਆਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਸਰਹੰਦ ਨੂੰ ਮੇਰੇ ਪਿਆਰਿਓ, ਮੇਰੇ ਪੋਤਿਆਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਪੋਤਿਆਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਪੋਤਿਆਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਮੇਰੇ ਲਾਲਾਂ ਦੇ ਨਾਲ ਰਹਿ ਕੇ ਰਾਤ ਗੁਜ਼ਾਰਿਓ। ਬੜਾ ਔਖਾ ਜੀ। 450 ਫੁੱਟ ਉੱਚਾ ਸੀ ਬੁਰਜ। ਕੋਈ ਰਜਾਈ, ਕੋਈ ਤਲਾਈ, ਕੋਈ ਰੋਟੀ ਨਹੀਂ, ਕੋਈ ਦੁੱਧ ਨਹੀਂ, ਕੋਈ ਚਾਹ ਨਹੀਂ। ਸਿਰਫ ਦਾਦੀ ਮਾਂ ਕੋ ਗੁਰਬਾਣੀ ਸੀ। ਇੰਨੇ ਕਸ਼ਟਾਂ ਵਿੱਚ ਵੀ ਰੋਏ ਨਹੀਂ। ਅੱਜ ਵੀ ਜਿਹੜਾ ਦੁਖੀ ਹੋ ਕੇ, ਪਰੇਸ਼ਾਨ ਹੋ ਕੇ ਮਾਰੇ ਕੋ ਆਉਂਦਾ, ਸੱਚੀ ਜੀ ਕਰਦਾ ਆਨੰਦ ਆ ਗਿਆ, ਸਕੂਨ ਮਿਲ ਜਾਂਦਾ, ਕਿਉਂਕਿ ਗੁਰਬਾਣੀ ਮਾਂ ਹੈ। ਜਦੋਂ ਬੱਚਾ ਡਿੱਗਦਾ ਹੈ ਤੇ ਉਹਦੇ ਅੰਦਰੋਂ ਇੱਕੋ ਜੀ ਆਵਾਜ਼ ਆਉਂਦੀ, ਹਾਏ ਮਾਂ, ਹਾਏ ਮਾਂ। ਉਹ ਗੁਰਬਾਣੀ ਮਾਂ ਹੈ। ਜਦੋਂ ਬੰਦਾ ਦੁਨਿਆਵੀ ਚੀਜ਼ਾਂ ਤੋਂ ਡਿਪਰੈਸ਼ਨ ਵਿੱਚ ਜਾਂਦਾ, ਪਰੇਸ਼ਾਨ ਹੁੰਦਾ ਹੈ, ਤੇ ਉਹਨੂੰ ਬਸ ਮਾਂ ਦੀ ਗੋਦ ਮਿਲ ਜੇ,
ਗੁਰਬਾਣੀ ਸੰਭਾਲ ਲੈਂਦੀ ਹੈ। ਜਿੱਦਣ ਆਵੀ ਮਾਂ ਨਾ ਹੋਵੇ, ਜੇ ਹੋਵੇ ਤਾਂ ਫਿਰ ਬੰਦਾ ਮਾਂ ਕੋ ਆਉਂਦਾ ਕਿ ਮਾਂ ਇੱਕ ਵਾਰੀ ਮੇਰੇ ਸਿਰ 'ਚ ਹੱਥ ਫੇਰ ਦੇ, ਮੈਨੂੰ ਠੰਡ ਪੈ ਜੇ। ਪਰ ਜੇ ਮਾਂ ਚਲੇ ਗਈ ਹੋਵੇ ਤੇ ਫਿਰ ਗੁਰੂ ਗ੍ਰੰਥ ਸਾਹਿਬ ਕੋ ਆ ਜੇ, ਸਤਿਗੁਰੂ ਮੇਰਾ ਤੂੰ ਹੈ, ਹੁਣ ਕਰ ਮਿਹਰ। ਤੇ ਮਹਾਰਾਜ ਫਿਰ ਏਦਾਂ ਦਾ ਹੱਥ ਰੱਖਦੇ ਐ ਵੀ ਤੂੰ ਦੂਜਿਆਂ ਦੇ ਸਿਰ ਤੇ ਹੱਥ ਰੱਖਣ ਵਾਲਾ ਬਣ ਜੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ